ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਰਟ ਤੋਂ, ਜਰਨੈਲ ਸਿੰਘ ਜੀ ਲਿੰਨਵੁਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਰਟ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ ਅਤੇ ਬਲਰਾਜ ਕੌਰ ਸਹੋਤਾ ਸੈਲਮਾ ਤੋਂ। ਇਹ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਥੈਂਕ ਯੂ ਵੈਰੀ ਮੱਚ ਦਿਲਪ੍ਰੀਤ, ਮਿਹਰਬਾਨੀ। ਔਰ ਜੀ ਨਿਗਾਹ ਮਾਰਦੇ ਆ ਜੀ ਕੁਛ ਇਸ ਵੇਲੇ ਹਲਚਲ ਜਿਹੜੀਆਂ ਚੱਲ ਰਹੀਆਂ ਨੇ, ਤਾਂ ਚੋਣਾਂ ਹਰਿਆਣੇ ਦੇ ਵਿੱਚ ਹੋ ਰਹੀਆਂ ਨੇ ਤੇ ਸਿਆਸਤ ਜਿਹੜੀ ਆ ਉਹ ਪੰਜਾਬ ਦੀ ਭਖੀ ਹੋਈ ਹੈ, ਕਿਉਂਕਿ ਜੀ ਬੇਸ਼ੱਕ 4 ਕੁ ਜਿਹੜੀਆਂ ਬਾਈ ਇਲੈਕਸ਼ਨ ਨੇ 4 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਵੀ ਹੋ ਰਹੀਆਂ ਨੇ, ਪਰ ਜਿਹੜੀ ਜ਼ਿਆਦਾ ਸਿਆਸਤ ਭਖੀ ਹੋਈ ਆ ਉਹ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਇੱਟ ਖੜੱਕੇ ਨੂੰ ਲੈ ਕੇ ਜਿਹੜੀ ਜੀ ਉਹ ਜ਼ਿਆਦਾ ਹੈ। ਜੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸੰਕਲਪ ਪੱਤਰ ਜਿਹੜਾ ਜਾਰੀ ਕੀਤਾ ਗਿਆ, ਉਹਨੇ ਪੰਜਾਬ ਦੇ ਵਿੱਚ ਸਿਆਸੀ ਹਲਚਲ ਨੂੰ ਨਵਾਂ ਜਨਮ ਜਿਹੜਾ ਉਹ ਦਿੱਤਾ। ਇਹਦੇ ਵਿੱਚ ਹਰਿਆਣੇ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦਾ ਹਵਾਲਾ ਦੇ ਦਿੱਤਾ। ਇਹ ਕਿਹਾ ਕਿ ਪੰਜਾਬ ਦੇ ਵਿੱਚ ਤਨਖਾਹਾਂ ਦੇਣ ਨੂੰ ਪੈਸੇ ਹੈ ਨਹੀਂ ਤੇ ਗੱਲ ਕਿਸਾਨਾਂ ਦੀ ਕਰਜ਼ ਮਾਫੀ ਦੀ ਕੀਤੀ ਜਾ ਰਹੀ ਹੈ। ਇਹਦੇ ਉੱਤੇ ਸਾਧੂ ਸਿੰਘ ਧਰਮਸੋਤ ਨੇ ਕਹਿਤਾ ਕਿ ਇਹਦੀ ਫਿਕਰ ਮਨੋਹਰ ਲਾਲ ਖੱਟਰ ਨੂੰ ਕਰਨ ਦੀ ਜ਼ਰੂਰਤ ਨਹੀਂ ਹੈ। ਧਰਮਸੋਤ ਨੇ ਕਿਹਾ ਕਿ ਅਸੀਂ ਕੇਂਦਰ ਦੀ ਭਾਜਪਾ ਸਰਕਾਰ ਦੀ ਮਦਦ ਤੋਂ ਬਿਨਾਂ ਸਿਰਫ ਕਿਸਾਨਾਂ ਨਹੀਂ ਬਲਕਿ SC BC ਵਰਗ ਦੇ ਲੋਕਾਂ ਦੀ ਵੀ ਕਰਜ਼ ਮਾਫੀ ਦਾ ਲਾਭ ਜਿਹੜਾ ਜੀ ਉਹ ਦਿੱਤਾ। ਜੀ ਦੂਜੇ ਪਾਸੇ ਫਤਿਆਬਾਦ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ ਕੇ ਅਕਾਲੀ ਭਾਜਪਾ ਦੇ ਸਬੰਧਾਂ ਤੇ 9 ਮਾਸ ਦੇ ਰਿਸ਼ਤੇ ਦੇ ਉੱਤੇ ਇਹ ਨਵੀਂ ਚਰਚਾ ਛੇੜ ਦਿੱਤੀ ਆ ਕਿ ਹਰਿਆਣੇ ਦੇ ਵਿੱਚ ਕੋਈ ਭਾਜਪਾ ਦੀ ਸਰਕਾਰ ਨਹੀਂ ਬਣਨ ਵਾਲੀ, ਭਾਰਤੀ ਜਨਤਾ ਪਾਰਟੀ ਉੱਥੇ ਵਿਰੋਧੀ ਧਿਰ ਦੇ ਵਿੱਚ ਬੈਠੂਗੀ। ਕਾਲਾਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਲਕੌਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ। ਉਸ ਤੋਂ ਬਾਅਦ ਭਾਜਪਾ ਦੇ ਨਾਲ ਪੰਜਾਬ ਦੇ ਵਿੱਚ ਸਹਿਯੋਗੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਇਹਨੂੰ ਗੱਠਜੋੜ ਦੇ ਖਿਲਾਫ ਦੱਸਿਆ। ਹਾਲਾਂਕਿ ਭਾਜਪਾ ਨੇਤਾਵਾਂ ਨੇ ਸਾਫ਼ ਕੀਤਾ ਕਿ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਸਿਰਫ ਪੰਜਾਬ ਤੱਕ ਹੈ, ਹਰਿਆਣੇ ਦੇ ਵਿੱਚ ਨਹੀਂ। ਤੇ ਗਠਬੰਧਨ ਦੀ ਮਰਿਆਦਾ ਭੰਗ ਕਰਨ ਜਾਂ ਵਿਸ਼ਵਾਸਘਾਤ ਵਰਗੀ ਕੋਈ ਗੱਲ ਕਹਿਣੀ ਬਣਦੀ ਨਹੀਂ। ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚਰਚਾ ਬਣੀ ਪਈ ਆ ਕਿ ਪੰਜਾਬ ਦੇ ਵਿੱਚ 2022 ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਦਾ ਜਿਹੜਾ ਜੀ ਉਹ ਅਸਰ ਸਿੱਧਾ ਵੇਖਣ ਨੂੰ ਮਿਲੂਗਾ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਅਸਰ ਪੈਣ ਦੀ ਗੱਲ ਤੋਂ ਨਾ ਜਿਹੜੀ ਜੀ ਉਹ ਕਰ ਦਿੱਤੀ ਸੀ, ਪਰ ਹੁਣ ਫਿਰ ਦੁਬਾਰਾ ਤੋਂ ਇਹ ਵਿਵਾਦ ਜਿਹੜਾ ਜੀ ਉਹ ਖੜਾ ਹੋ ਗਿਆ। ਫਤਿਆਬਾਦ ਦੇ ਵਿੱਚ ਇਨੈਲੋ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਵਾਸਤੇ ਚੋਣ ਪ੍ਰਚਾਰ ਤੇ ਆਏ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਦੇ ਭਾਜਪਾ ਦੇ ਸੰਕਲਪ ਪੱਤਰ ਦੇ ਬਾਰੇ ਦੇ ਵਿੱਚ ਸਵਾਲ ਕਰ ਲਿਆ ਤਾਂ ਸੁਖਬੀਰ ਨੇ ਪਹਿਲਾਂ ਕੋਈ ਟਿੱਪਣੀ ਨਹੀਂ ਕੀਤੀ, ਪਰ ਫਿਰ ਬਾਅਦ ਚ ਬੋਲੇ ਕਿ ਹਰਿਆਣੇ ਦੇ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਵੇਖ ਰਹੀ ਭਾਰਤੀ ਜਨਤਾ ਪਾਰਟੀ ਨੂੰ ਵਿਰੋਧੀ ਧਿਰ ਦੇ ਵਿੱਚ ਬਹਿਣਾ ਪਊਗਾ। ਔਰ ਇਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨੇਤਾਵਾਂ ਦੇ ਵਿੱਚ ਬਹਿਸ ਜਿਹੜੀ ਸੀ ਉਹ ਛਿੜ ਪਈ। ਭਾਜਪਾ ਦੇ ਨੇਤਾ ਚਰਨਜੀਤ ਗਰੇਵਾਲ ਨੇ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਤੱਕ ਰੱਖਣ ਦੀ ਹਦਾਇਤ ਦੇ ਦਿੱਤੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਜਿਹੜਾ ਆਗੂ ਸੀ ਉਹਨੇ ਇਹ ਕਿਹਾ ਕਿ ਰਾਜ ਦੇ ਹਿਸਾਬ ਦੇ ਨਾਲ ਪਾਰਟੀਆਂ ਦੀਆਂ ਰਾਹਾਂ ਵੱਖੋ ਵੱਖਰੀਆਂ ਨੇ, ਨੇਤਾਵਾਂ ਦੇ ਬਿਆਨ ਵੀ ਜਿਹੜੇ ਜੀ ਉਹ ਵੱਖੋ ਵੱਖਰੇ ਨੇ, ਇਹਦੇ ਵਿੱਚ ਕੋਈ ਜਿਹੜਾ ਜੀ ਵਾਦ ਵਿਵਾਦ ਵਾਲੀ ਗੱਲ ਨਹੀਂ। ਹਰਿਆਣੇ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਥੋਂ ਤੱਕ ਜਿਹੜਾ ਜੀ ਕਹਿਤਾ ਕਿ ਜੇ ਇੰਨੀ ਗੱਲ ਹੈ, ਇੰਨਾ ਕੁਝ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਕਹਿ ਰਹੇ ਆ ਤੇ ਕਹਿੰਦੇ ਕਿ ਅਸੀਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਖੜੇ ਆ ਉੱਥੋਂ ਆਪਣੇ ਉਮੀਦਵਾਰ ਜਿਹੜੇ ਜੀ ਵਾਪਸ ਲੈ ਲਾਂਗੇ, ਵਿਧਾਇਕ ਨਹੀਂ ਮਾਫ ਕਰਨਾ ਉਮੀਦਵਾਰ। ਉਹ ਕਹਿੰਦੇ ਕਿ ਸਾਨੂੰ ਇੰਨਾ ਕਰਾ ਦਿਓ ਕਿ ਸਾਨੂੰ SYL ਜਿਹੜੀ ਨਹਿਰ ਹੈ ਉਹਦਾ ਪਾਣੀ ਮਿਲ ਜਾਊਗਾ ਤੇ ਅਸੀਂ ਉੱਥੋਂ ਉਮੀਦਵਾਰ ਆਪਣੇ ਜਿਹੜੇ ਜੀ ਉਹ ਵਾਪਸ ਲੈ ਲੈਂਦੇ ਹਾਂ। ਦੂਜੇ ਪਾਸੇ ਜਿਹੜੀ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ, ਉਧਰ ਕਾਂਗਰਸ ਨੇ ਵੀ ਭਾਜਪਾ ਵਾਂਗੂ ਆਪਣਾ ਮੈਨੀਫੈਸਟੋ ਦਾ ਨਾਮ ਜਿਹੜਾ ਉਹ ਸੰਕਲਪ ਪੱਤਰ ਦਿੱਤਾ।
ਭਾਜਪਾ ਦੇ ਜਿਹੜੇ ਕੌਮੀ ਪ੍ਰਧਾਨ ਨੇ JP ਨੱਡਾ ਨੇ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰ ਨੇ ਪਿਛਲੇ 5 ਸਾਲਾਂ ਦੇ ਦੌਰਾਨ ਹਰਿਆਣਾ ਦੀ ਤਸਵੀਰ ਦੇ ਵਿੱਚ ਬੁਨਿਆਦੀ ਤਬਦੀਲੀਆਂ ਲਿਆਂਦੀਆਂ ਨੇ ਔਰ ਉਹਨਾਂ ਨੇ ਹਰਿਆਣਾ ਦੇ ਸਿਆਸੀ ਸੱਭਿਆਚਾਰ ਨੂੰ ਜਿਹੜਾ ਉਹ ਬਦਲ ਦਿੱਤਾ। ਨੱਡਾ ਨੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਾਸਤੇ ਆਪਣਾ ਸੰਕਲਪ ਪੱਤਰ ਮਹਾਰੇ ਸਪਨੋਂ ਕਾ ਹਰਿਆਣਾ ਰਿਲੀਜ਼ ਜਿਹੜਾ ਕੀਤਾ, ਜਿਹੜਾ ਕਿ ਹਰਿਆਣਵੀ ਕੁਛ ਪਿੱਠ ਭੂਮੀ ਵਾਲਾ ਜਿਹੜਾ ਜੀ ਉਹ ਨੀਂਹ ਹੈ। ਉਹਨਾਂ ਨੇ ਇਹ ਕਿਹਾ ਕਿ ਪਿਛਲੇ 5 ਸਾਲਾਂ ਦੇ ਦੌਰਾਨ ਮਨੋਹਰ ਲਾਲ ਖੱਟਰ ਨੇ ਹਰਿਆਣੇ ਦਾ ਅਕਸ ਮਜ਼ਬੂਤ ਕੀਤਾ। ਉਹਨਾਂ ਹਰਿਆਣੇ ਦੇ ਸਿਆਸੀ ਸੱਭਿਆਚਾਰ ਨੂੰ ਤਬਦੀਲ ਕਰਕੇ ਰੱਖ ਦਿੱਤਾ ਹੈ। ਅੱਜ ਹਰਿਆਣਾ ਭ੍ਰਿਸ਼ਟਾਚਾਰ ਤੋਂ ਮੁਕਤ ਹੈ ਤੇ ਵਿਕਾਸ ਦੇ ਨਾਲ ਭਰਪੂਰ ਹੈ। ਭਾਜਪਾ ਦੇ ਚੋਣ ਮੈਨੀਫੈਸਟੋ ਸੰਕਲਪ ਪੱਤਰ ਜਿਹੜਾ ਉਹਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਕੇਂਦਰ ਸਰਕਾਰ ਦੀ ਗੱਲ ਜਿਹੜੀ ਸੀ ਉਹਨੂੰ ਦੁਹਰਾਇਆ ਗਿਆ। ਸਾਰਿਆਂ ਨੂੰ ਸਿੰਚਾਈ ਦੀ ਸਹੂਲਤ ਤੇ ਹਰ ਖੇਤ ਨੂੰ ਪਾਣੀ ਦੇਣ ਦਾ ਵਾਅਦਾ ਇਹਦੇ ਵਿੱਚ ਕੀਤਾ ਗਿਆ। ਇਹ ਤੋਂ ਇਲਾਵਾ ਟਿਊਬਵੈਲ ਸ਼ਿਫਟਿੰਗ ਪਾਲਿਸੀ ਤਿਆਰ ਕਰਨ ਦੀ ਗੱਲ ਜਿਹੜੀ ਜੀ ਉਹ ਆਖੀ ਗਈ ਆ। ਭਾਰਤੀ ਜਨਤਾ ਪਾਰਟੀ ਦਾ ਸੰਕਲਪ ਪੱਤਰ 1000 ਕਰੋੜ ਰੁਪਏ ਖਰਚ ਕਰਕੇ ਹਰਿਆਣਾ ਦੇ ਵਿੱਚ ਨਹਿਰਾਂ ਦੇ ਉੱਤੇ ਬਣੇ 23,000 ਪੁਲਾਂ ਨੂੰ ਨਵੀਨੀਕਰਨ ਨੂੰ ਯਕੀਨੀ ਬਣਾਉਣ ਦੀ ਗੱਲ ਕਰਦਾ ਹੈ। ਕਿਸਾਨਾਂ ਲਈ ਸੂਰਜੀ ਊਰਜਾ ਦੇ 1 ਲੱਖ ਪੰਪ ਲਾਉਣ ਦੀ ਗੱਲ ਕੀਤੀ ਗਈ ਆ। ਭਾਜਪਾ ਦਾ ਸੰਕਲਪ ਪੱਤਰ ਇਹ ਵੀ ਕਹਿੰਦਾ ਹੈ ਕਿ ਹਰੇਕ ਫਸਲ ਦੀ ਖਰੀਦ ਲਈ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਬਣਾਇਆ ਜਾਊਗਾ। ਸੂਖਮ ਸਿੰਚਾਈ ਨੂੰ ਮੁਹਿੰਮ ਬਣਾਉਂਦਿਆਂ ਹਾਂ ਹਰੇਕ ਖੇਤ ਨੂੰ ਪਾਣੀ ਪਹੁੰਚਾਇਆ ਜਾਊਗਾ, ਜਿਹਦਾ ਸਭ ਤੋਂ ਵੱਧ ਲਾਭ ਦੱਖਣੀ ਹਰਿਆਣੇ ਨੂੰ ਮਿਲੂਗਾ। SYL ਦਾ ਮੁੱਦਾ ਵੀ ਬਿਨਾਂ ਕਿਸੇ ਸ਼ੱਕ ਦੇ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸ਼ਾਮਲ ਕੀਤਾ। ਇਹ ਕਿਹਾ ਕਿ ਛੇਤੀ ਤੋਂ ਛੇਤੀ ਹੱਲ ਕਰਵਾਉਣ ਦੀ ਪ੍ਰਤੀਬੱਧਤਾ ਭਾਜਪਾ ਦੀ ਹੈ। ਇਹ ਵੀ ਦੁਹਰਾਇਆ ਗਿਆ ਕਿ ਹਰਿਆਣੇ ਨੂੰ ਉਹਦੇ ਹਿੱਸੇ ਦਾ ਪਾਣੀ ਮਿਲ ਸਕੇ, ਇਹਦੀ ਕੋਸ਼ਿਸ਼ ਕੀਤੀ ਜਾਊਗੀ। ਮੇਵਾਤ ਫੀਡਰ ਕੈਨਾਲ ਦੇ ਨਿਰਮਾਣ ਕਾਰਜ ਦੇ ਵਿੱਚ ਤੇਜ਼ੀ ਕਰਨ ਦੀ ਗੱਲ ਕਹੀ ਗਈ ਆ। ਭਾਜਪਾ ਦਾ ਚੋਣ ਮੈਨੀਫੈਸਟੋ ਜਿਹੜਾ ਸੀਗਾ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੱਡਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਹਰਿਆਣਾ ਭਾਜਪਾ ਦੇ ਇੰਚਾਰਜ ਨੇ ਜਿਹੜਾ ਸੀ ਉਹ ਜਾਰੀ ਕੀਤਾ। ਜੀ ਅਰਥ ਵਿਵਸਥਾ ਨੂੰ ਲੈ ਕੇ ਆਪਣਾ ਵਿਵਾਦਤ ਬਿਆਨ ਜਿਹੜਾ ਸੀ ਉਹ ਦੇਣ ਵਾਲੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਰਥ ਵਿਵਸਥਾ ਦੇ ਉੱਤੇ ਆਪਣਾ ਬਿਆਨ ਜਿਹੜਾ ਜੀ ਉਹ ਵਾਪਸ ਲੈ ਲਿਆ। ਅਸਲ ਦੇ ਵਿੱਚ ਰਵੀ ਸ਼ੰਕਰ ਪ੍ਰਸਾਦ ਨੇ ਮੁੰਬਈ ਦੇ ਵਿੱਚ ਇਹ ਗੱਲ ਕਹੀ ਸੀ ਕਿ ਦੇਸ਼ ਦੇ ਵਿੱਚ ਆਰਥਿਕ ਮੰਦੀ ਹੈ ਹੀ ਨਹੀਂ। ਉਹਨਾਂ ਨੇ ਤਰਕ ਬੜਾ ਅਜੀਬ ਦਿੱਤਾ। ਇਹ ਕਿਹਾ ਕਿ ਪਿਛਲੇ 3 ਹਫ਼ਤਿਆਂ ਦੇ ਵਿੱਚ ਹਿੰਦੀ ਫਿਲਮਾਂ ਨੇ ਇੱਕ ਦਿਨ ਦੇ ਵਿੱਚ 120 ਕਰੋੜ ਰੁਪਏ ਦੀ ਕਮਾਈ ਕੀਤੀ। ਕਹਿੰਦੇ ਇਹਦੇ ਤੋਂ ਇਹ ਸਾਬਤ ਹੁੰਦਾ ਕਿ ਦੇਸ਼ ਦੀ ਅਰਥ ਵਿਵਸਥਾ ਬੜੀ ਮਜ਼ਬੂਤ ਹੈ। ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਉਹਨਾਂ ਦਾ ਬਿਆਨ ਅੰਕੜਿਆਂ ਦੇ ਉੱਤੇ ਆਧਾਰ ਦੇ ਉੱਤੇ ਸਹੀ ਸੀਗਾ, ਪਰ ਇਹਦਾ ਗਲਤ ਮਤਲਬ ਨਿਕਲਣ ਦੇ ਉੱਤੇ ਉਹਨਾਂ ਨੂੰ ਅਫਸੋਸ ਹੈ। ਰਵੀ ਸ਼ੰਕਰ ਪ੍ਰਸਾਦ ਨੇ ਆਪਣੇ ਲਿਖਤੀ ਬਿਆਨ ਦੇ ਵਿੱਚ ਕਿਹਾ ਕਿ ਮੈਂ ਅਰਥ ਵਿਵਸਥਾ ਨੂੰ ਲੈ ਕੇ ਸਰਕਾਰ ਦੇ ਵੱਲੋਂ ਉਠਾਏ ਗਏ ਸਟੈਪ ਦਾ ਡਿਟੇਲ ਦੇ ਵਿੱਚ ਬਿਉਰਾ ਦਿੱਤਾ ਸੀ। ਪ੍ਰਧਾਨ ਮੰਤਰੀ ਦੀ ਜਿਹੜੀ ਅਧੀਨ ਸਰਕਾਰ ਹਮੇਸ਼ਾ ਆਮ ਆਦਮੀ ਦੇ ਪ੍ਰਤੀ ਸੰਵੇਦਨਸ਼ੀਲ ਰਹੀ ਹੈ। ਕਿਹਾ ਗਿਆ ਕਿ ਮੇਰਾ ਪੂਰਾ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਮੌਜੂਦ ਹੈ। ਮੈਨੂੰ ਆਪਣੇ ਬਿਆਨ ਤੋਂ ਗਲਤ ਸੰਦੇਸ਼ ਜਾਣ ਦਾ ਦੁੱਖ ਹੈ। ਮੈਂ ਇੱਕ ਸੰਵੇਦਨਸ਼ੀਲ ਵਿਅਕਤੀ ਹੋਣ ਦੇ ਨਾਤੇ ਆਪਣੇ ਬਿਆਨ ਨੂੰ ਵਾਪਸ ਲੈਣਾ। ਰਵੀ ਸ਼ੰਕਰ ਪ੍ਰਸਾਦ ਨੇ ਇਹ ਕਿਹਾ ਕਿ ਮੁੰਬਈ ਦੇ ਵਿੱਚ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਫਿਲਮ ਉਦਯੋਗ ਦਾ ਹਵਾਲਾ ਜਿਹੜਾ ਜੀ ਉਹ ਦੇ ਦਿੱਤਾ ਔਰ ਫਿਲਮਾਂ ਦੇਸ਼ ਨੂੰ ਟੈਕਸ ਦੇ ਤੌਰ ਦੇ ਉੱਤੇ ਵੱਡਾ ਯੋਗਦਾਨ ਜਿਹੜਾ ਜੀ ਉਹ ਦਿੰਦੀਆਂ ਹੀ ਨੇ ਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ। ਕਾਂਗਰਸ ਦੀ ਜਿਹੜੇ ਜਨਰਲ ਸੈਕਟਰੀ ਨੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਰਵੀ ਸ਼ੰਕਰ ਪ੍ਰਸਾਦ ਦੇ ਉੱਤੇ ਕਟਾਕਸ਼ ਕਰਦਿਆਂ ਹੋਇਆ ਇਹ ਕਿਹਾ ਕਿ ਉਹਨਾਂ ਨੂੰ ਫਿਲਮੀ ਦੁਨੀਆ ਤੋਂ ਬਾਹਰ ਆਉਣਾ ਚਾਹੀਦਾ। ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰਕੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜਦੋਂ ਦੇਸ਼ ਦੇ ਵਿੱਚ ਲੱਖਾਂ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਉਹਨਾਂ ਦੇ ਪੈਸੇ ਦੇ ਉੱਤੇ ਬੈਂਕ ਕੁੰਡਲੀ ਮਾਰ ਕੇ ਬੈਠੇ ਆ, ਸਰਕਾਰ ਨੂੰ ਜਨਤਾ ਦੇ ਦੁੱਖ ਦੀ ਫਿਕਰ ਨਹੀਂ ਹੈ। ਉਹਨਾਂ ਨੇ ਫਿਲਮਾਂ ਦੇ ਮੁਨਾਫੇ ਦੀ ਉਹਨਾਂ ਨੂੰ ਪਰਵਾਹ ਹੈ। ਮੰਤਰੀ ਜੀ, ਫਿਲਮੀ ਦੁਨੀਆ ਤੋਂ ਬਾਹਰ ਨਿਕਲੋ ਤੇ ਹਕੀਕਤ ਤੋਂ ਮੂੰਹ ਨਾ ਮੋੜੋ। ਐਕਚੁਅਲੀ ਰਵੀ ਸ਼ੰਕਰ ਪ੍ਰਸਾਦ ਦਾ ਜਿਹੜਾ ਬਿਆਨ ਸੀਗਾ ਜੀ, ਉਦੋਂ ਵਿਵਾਦ ਦਾ ਕਾਰਨ ਜਿਹੜਾ ਜੀ ਉਹ ਬਣ ਗਿਆ ਜਦੋਂ ਉਹਨਾਂ ਨੇ ਕਹਿਤਾ ਕਿ 2 ਅਕਤੂਬਰ ਨੂੰ 3 ਫਿਲਮਾਂ ਰਿਲੀਜ਼ ਹੋਈਆਂ ਔਰ ਉਹਨਾਂ ਨੇ ਇਹ ਕਿਹਾ ਕਿ 120 ਕਰੋੜ ਰੁਪਏ ਇਹਨਾਂ ਨੇ ਜਿਹੜੇ ਸੀ ਉਹ ਬਣਾ ਲਏ। ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਪ੍ਰਚਾਰ ਕਰਨ ਪਹੁੰਚੇ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੈਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਦੇ ਵਿੱਚ ਸੂਚਨਾ ਪ੍ਰਸਾਰਣ ਮੰਤਰੀ ਸੀਗਾ। ਮੈਨੂੰ ਫਿਲਮਾਂ ਵੇਖਣਾ ਪਸੰਦ ਹੈ। ਫਿਲਮਾਂ ਦੇ ਜ਼ਰੀਏ ਬੜਾ ਵੱਡਾ ਵਪਾਰ ਜਿਹੜਾ ਜੀ ਉਹ ਹੁੰਦਾ।
ਸਰਕਾਰੀ ਅੰਕੜਿਆਂ ਦੇ ਮੁਤਾਬਕ ਅਪ੍ਰੈਲ ਦੇ ਵਿੱਚ ਜਿਹੜੀ ਇਹ ਭਾਰਤ ਦੀ ਜਿਹੜੀ ਵਿਵਸਥਾ ਹੈ ਜੀ ਉਹਦੀ ਦਰ ਘਟ ਕੇ 7 ਸਾਲ ਦੇ ਸਭ ਤੋਂ ਨੀਵੇਂ ਪੱਧਰ ਦੇ ਉੱਤੇ ਪਹੁੰਚ ਗਈ ਆ। ਜਦੋਂ ਰਵੀ ਸ਼ੰਕਰ ਪ੍ਰਸਾਦ ਜਿਹੜਾ ਜੀ ਇਹ ਬਿਆਨ ਦੇ ਰਹੇ ਸੀਗੇ, ਦੂਜੇ ਪਾਸੇ ਇਹ ਅੰਕੜੇ ਜਿਹੜੇ ਜੀ ਉਹ ਸਾਹਮਣੇ ਆ ਰਹੇ ਸੀਗੇ। ਪਿਛਲੇ ਸਾਲ ਦੀ ਜੂਨ ਤਿਮਾਹੀ ਦੇ 8% ਦੇ ਮੁਕਾਬਲੇ ਇਸ ਵਾਰੀ ਇਹ 5 ਰਹਿ ਗਈ ਹੈ। ਰਵੀ ਸ਼ੰਕਰ ਪ੍ਰਸਾਦ ਨੇ ਨੈਸ਼ਨਲ ਸੈਂਪਲ ਸਰਵੇ ਆਫਿਸ ਦੀ ਰਿਪੋਰਟ ਨੂੰ ਖਾਰਜ ਕੀਤਾ। ਉਹਨਾਂ ਨੇ ਕਿਹਾ ਕਿ ਇਹ ਰਿਪੋਰਟ ਝੂਠੀ ਹੈ। ਮੈਂ ਤੁਹਾਨੂੰ ਇਹਦੇ ਨਾਲ ਸੰਬੰਧਿਤ 10 ਅੰਕੜੇ ਜਿਹੜਾ ਜੀ ਉਹ ਦਿੰਦਾ, ਜਿਹੜੇ ਕਿ ਇਸ ਰਿਪੋਰਟ ਦੇ ਵਿੱਚ ਮੌਜੂਦ ਨਹੀਂ, ਜਿੱਥੇ ਉਹਨਾਂ ਨੇ ਫਿਲਮਾਂ ਦਾ ਹਵਾਲਾ ਜਿਹੜਾ ਜੀ ਉਹ ਦੇ ਦਿੱਤਾ ਸੀਗਾ। ਮਈ ਦੇ ਵਿੱਚ ਕੇਂਦਰ ਨੇ NSSO ਦੀ ਜਿਹੜੀ ਸੀਗੀ ਰਿਪੋਰਟ ਇਹ ਜਨਤਕ ਕੀਤੀ ਸੀ। ਇਹ ਰਿਪੋਰਟ 2017-18 ਦੇ ਦੌਰਾਨ ਬੇਰੁਜ਼ਗਾਰੀ ਦੀ ਦਰ 45 ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਇਹਦੇ ਵਿੱਚ 6.1 ਦੱਸੀ ਗਈ ਸੀ। ਸ਼ਹਿਰੀ ਤੇ ਪੇਂਡੂ ਖੇਤਰਾਂ ਨੂੰ ਮਿਲਾ ਕੇ ਬੰਦਿਆਂ ਦੀ ਬੇਰੁਜ਼ਗਾਰੀ 6.2% ਤੇ ਔਰਤਾਂ ਦੀ ਬੇਰੁਜ਼ਗਾਰੀ 5.7% ਇਹਦੇ ਵਿੱਚ ਜਿਹੜਾ ਜੀ ਉਹ ਦੱਸੀ ਗਈ ਸੀ। ਅਸਲ ਅੰਕੜੇ ਕੁਝ ਕਹਿੰਦੇ ਨੇ ਤੇ ਜਿਹੜੇ ਸਰਕਾਰ ਹੈ ਜੀ ਉਹ ਲੱਗਦਾ ਹੈ ਕਿ ਆਹ ਜਿਹੜੀਆਂ ਗਿਣਤੀਆਂ ਮਿਣਤੀਆਂ ਦੀਆਂ ਫਿਲਮਾਂ ਵਾਲੀਆਂ ਕਰਕੇ ਇਸ ਨੂੰ ਜਿਹੜਾ ਜੀ ਅਸਲ ਜਿਹੜੇ ਤੱਥ ਨੇ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਆ। ਕੁਝ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਹਿੰਦੀ ਦੇ ਵਿੱਚ ਲਿਖੇ ਜਿਹੜੇ ਸਾਈਨ ਬੋਰਡ ਸੀ ਉਹਨਾਂ ਨੂੰ ਲੈ ਕੇ ਮਸਲਾ ਵਾਹ ਭਖਿਆ ਸੀ। ਮਸਲਾ ਇੰਨਾ ਭਖ ਗਿਆ ਸੀਗਾ ਕਿ ਸਰਕਾਰ ਨੇ ਉਦੋਂ ਇਹ ਗੱਲ ਆਖ ਦਿੱਤੀ ਸੀ ਕਿ ਇਹ ਬੋਰਡ ਬਦਲੇ ਜਾਣਗੇ। ਜਿਹੜੇ ਟੋਲ ਰੋਡਸ ਨੇ ਉਹਨਾਂ ਦੇ ਉੱਤੇ ਬੋਰਡ ਬਦਲੇ ਨਹੀਂ ਗਏ, ਬਹੁਤੇ ਥਾਵਾਂ ਦੇ ਉੱਤੇ, ਕੁਝ ਥਾਵਾਂ ਦੇ ਉੱਤੇ ਜ਼ਰੂਰ ਜਿਹੜੇ ਜੀ ਬਦਲੇ ਗਏ। ਮਾਮਲਾ ਠੰਡਾ ਪੈ ਗਿਆ, ਸਰਕਾਰ ਵੀ ਠੰਡੀ ਪੈ ਗਈ। ਹੁਣ ਇੱਕ ਵਾਰੀ ਫਿਰ ਪੰਥਕ ਵਿਚਾਰ ਮੰਚ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਇੱਕ ਟੋਲ ਪਲਾਜ਼ੇ ਦੇ ਉੱਤੇ ਹਿੰਦੀ ਦੇ ਵਿੱਚ ਲਿਖੇ ਸ਼ਬਦਾਂ ਦੇ ਉੱਤੇ ਕਾਲਾ ਰੰਗ ਜਿਹੜਾ ਸੀ ਉਹ ਪੋਤ ਦਿੱਤਾ। ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਮੋਰਿੰਡਾ ਦੇ ਨੇੜੇ ਭਾਗੋ ਮਾਜਰਾ ਦੇ ਵਿੱਚ ਲਾਏ ਗਏ ਟੋਲ ਪਲਾਜ਼ੇ ਦੇ ਉੱਤੇ ਹਿੰਦੀ ਦੇ ਵਿੱਚ ਲਿਖੇ ਜਿਹੜੇ ਸਾਈਨ ਸੀ ਉਹਨਾਂ ਦੇ ਉੱਤੇ ਕਾਲਖ ਪੋਤੀ ਗਈ। ਪੰਥਕ ਵਿਚਾਰ ਮੰਚ ਦਾ ਇਹ ਕਹਿਣਾ ਕਿ ਸਾਡੀ ਮੰਗ ਇਹ ਆ ਕਿ ਪੰਜਾਬ ਦੇ ਵਿੱਚ ਜੇਕਰ ਪੰਜਾਬੀ ਭਾਸ਼ਾ ਦੇ ਵਿੱਚ ਨਹੀਂ ਲਿਖਿਆ ਜਾਊਗਾ ਤੇ ਫਿਰ ਹੋਰ ਕਿੱਥੇ ਲਿਖਿਆ ਜਾਊਗਾ। ਉਹਨਾਂ ਨੇ ਕਿਹਾ ਕਿ ਭਾਗੋ ਮਾਜਰਾ ਤੇ ਇਹਦੇ ਆਲੇ ਦੁਆਲੇ ਦੇ ਟੋਲ ਪਲਾਜ਼ਾ ਦੇ ਉੱਤੇ ਲਿਖੇ ਹਿੰਦੀ ਦੇ ਸ਼ਬਦਾਂ ਦੇ ਉੱਤੇ ਕਾਲਖ ਉਹਨਾਂ ਨੇ ਜਿਹੜਾ ਜੀ ਉਹ ਪੋਤੀ ਆ, ਔਰ ਇੱਕ ਵਿਅਕਤੀ ਨੇ ਜਿਹੜਾ ਸੀ ਟੋਲ ਟੈਕਸ ਦੇ ਉੱਤੇ ਚੜ੍ਹ ਕੇ ਇਹਦੇ ਉੱਤੇ ਕਾਲਾ ਰੰਗ ਜਿਹੜਾ ਸੀ ਉਹ ਫੇਰ ਦਿੱਤਾ। ਮੰਚ ਦੇ ਪ੍ਰਧਾਨ ਨੇ ਇਹ ਗੱਲ ਆਖੀ ਕਿ ਪਹਿਲਾਂ ਸਰਕਾਰੀ ਥਾਵਾਂ ਦੇ ਉੱਤੇ ਕਾਲੇ ਰੰਗ ਜਿਹੜਾ ਜੀ ਉਹਨਾਂ ਨੇ ਪੋਤਿਆ ਸੀਗਾ, ਜਿਹਦੇ ਕਰਕੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸੀਗਾ। ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਕਈ ਸਰਕਾਰੀ ਸੰਸਥਾਵਾਂ ਦੇ ਉੱਤੇ ਪੰਜਾਬੀ ਭਾਸ਼ਾ ਦੇ ਵਿੱਚ ਨਿਰਦੇਸ਼ ਲਿਖੇ ਜਾਣ ਨੂੰ ਲੈ ਕੇ ਹਿੰਦੀ ਦੇ ਸ਼ਬਦਾਂ ਦੇ ਉੱਤੇ ਕਾਲਖ ਉਹ ਪਹਿਲਾਂ ਵੀ ਜਿਹੜੀ ਆ ਜੀ ਉਹ ਪੋਤ ਚੁੱਕੇ ਆ। ਉਹਨਾਂ ਨੇ ਕਿਹਾ ਕਿ ਟੋਲ ਪਲਾਜ਼ਾ ਦੇ ਲੋਕਾਂ ਨੇ ਇਸ ਦੇ ਉੱਤੇ ਪੰਜਾਬੀ ਦੇ ਵਿੱਚ ਕੁਝ ਵੀ ਨਹੀਂ ਲਿਖਿਆ ਔਰ ਤਾਂ ਕਰਕੇ ਇਹਦੇ ਉੱਤੇ ਕਾਲਖ ਜਿਹੜੀ ਜੀ ਉਹ ਪੋਤੀ ਗਈ ਆ। ਉਹਨਾਂ ਕਿਹਾ ਕਿ ਜੇਕਰ ਦੂਜੀਆਂ ਭਾਸ਼ਾਵਾਂ ਦੇ ਵਿੱਚ ਵੀ ਲਿਖਿਆ ਜਾਂਦਾ ਤੇ ਉਹਦਾ ਉਹ ਵਿਰੋਧ ਨਹੀਂ ਕਰਦੇ, ਪਰ ਪੰਜਾਬੀ ਭਾਸ਼ਾ ਜਿਹੜੀ ਆ ਉਹ ਪਹਿਲੇ ਨੰਬਰ ਦੇ ਉੱਤੇ ਇਹਨਾਂ ਸਾਈਨਾਂ ਦੇ ਉੱਤੇ ਲਿਖੀ ਜਾਣੀ ਚਾਹੀਦੀ ਆ ਜੀ। ਕੁਝ ਹਫ਼ਤੇ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ ਤਾਂ ਉਸ ਸਮੇਂ ਸਰਕਾਰ ਦੀ ਕਿਰਕਿਰੀ ਹੋਈ ਸੀ, ਕਿਉਂਕਿ ਸਰਕਾਰ ਦੀ ਮਦਦ ਜਿਹੜੀ ਸੀ ਉਹ ਨਹੀਂ ਸੀ ਪਹੁੰਚੀ ਔਰ ਲੋਕਾਂ ਨੇ ਜਿਹੜੀ ਸੀ ਜੋ ਮਦਦ ਕੀਤੀ ਉਹਦਾ ਚਰਚਾ ਵਿਸ਼ਵ ਭਰ ਦੇ ਵਿੱਚ ਜਿਹੜਾ ਦੀ ਪੰਜਾਬੀ ਭਾਈਚਾਰੇ ਕੋਲ ਪਹੁੰਚਿਆ ਸੀਗਾ। ਉਦੋਂ ਵੀ ਸਰਕਾਰ ਨੇ ਬੰਨ ਜਿਹੜੇ ਸੀ ਉਹ ਨਹੀਂ ਸੀ ਮਾਰੇ ਔਰ ਲੋਕਾਂ ਨੇ ਆਪਣੀ ਮਦਦ ਆਪ ਕੀਤੀ। ਪੰਜਾਬ ਭਰ ਦੇ ਵਿੱਚੋਂ ਪਹੁੰਚੇ ਟਰੈਕਟਰ ਟਰਾਲੀਆਂ ਨੇ ਇਹ ਬੰਨ ਮਾਰੇ, ਜਿਹਦੀ ਵਜ੍ਹਾ ਕਰਕੇ ਜੇ ਕੁਝ ਬਚਾਅ ਜਿਹੜਾ ਜੀ ਉਹ ਹੋ ਸਕਿਆ, ਨਹੀਂ ਤਾਂ ਸਰਕਾਰੀ ਤੌਰ ਦੇ ਉੱਤੇ ਤਾਂ ਸਰਿਆ ਸੀਗਾ ਜੀ। ਹੁਣ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹਿਜ਼ਾਦਪੁਰ ਪੈਂਦਾ, ਜਿੱਥੇ ਨਹਿਰ ਦੇ ਵਿੱਚ ਪਾੜ ਪੈ ਗਿਆ। ਪ੍ਰਸ਼ਾਸਨਿਕ ਅਧਿਕਾਰੀ ਜਦੋਂ ਮੌਕੇ ਦੇ ਉੱਤੇ ਨਾ ਪਹੁੰਚੇ ਤਾਂ ਲੋਕਾਂ ਦੇ ਵਿੱਚ ਜਿਹੜਾ ਦੀ ਉਹ ਰੋਸ ਵੀ ਪਾਇਆ ਗਿਆ ਔਰ ਪਿੰਡ ਦੇ ਲੋਕ ਆਪ ਰਲ ਗਏ ਔਰ ਉਹਨਾਂ ਨੇ JCB ਦੀ ਮਦਦ ਦੇ ਨਾਲ ਹਾਲਾਤ ਦੇ ਉੱਤੇ ਕਾਬੂ ਜਿਹੜਾ ਸੀ ਉਹ ਪਾਇਆ। ਇਹ ਮਾਮਲਾ ਪਹਿਲਾਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਰੱਖਿਆ ਗਿਆ ਸੀ, ਪਰ ਉਹਨਾਂ ਨੇ ਅਣਗੌਲਿਆਂ ਇਹਨੂੰ ਜਿਹੜਾ ਜੀ ਉਹ ਕੀਤਾ। ਲੋਕਾਂ ਦਾ ਇਹ ਕਹਿਣਾ ਹੈ ਕਿ ਇਸ ਪਿੰਡ ਦੇ ਵਿੱਚ ਪਿਛਲੇ 80 ਸਾਲ ਤੋਂ ਨਹਿਰ ਦੀ ਮੁਰੰਮਤ ਨਹੀਂ ਹੋਈ ਔਰ ਉਹ ਇਹ ਵੀ ਕਹਿੰਦੇ ਆ ਕਿ ਇਹ ਤਾਂ ਚੰਗਾ ਹੈ ਕਿ ਨਹਿਰ ਦੇ ਵਿੱਚ ਪਾੜ ਦਿਨ ਦੇ ਵਿੱਚ ਪਿਆ, ਜੇ ਰਾਤ ਵੇਲੇ ਪੈਂਦਾ ਤਾਂ ਇਹ ਪਿੰਡ ਰੁੜ ਸਕਦਾ ਸੀਗਾ।
ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਆਉਣ ਕਾਰਨ ਪਿੰਡ ਦੇ ਲੋਕਾਂ ਨੇ ਆਪੇ ਹੀ ਜੇਸੀਬੀ ਤੇ ਲੋਕਾਂ ਦੀ ਸਹਾਇਤਾ ਦੇ ਨਾਲ ਸਥਿਤੀ ਦੇ ਉੱਤੇ ਕਾਬੂ ਜਿਹੜਾ ਜੀ ਉਹ ਪਾਇਆ। ਜਿਹੜੇ ਜੀ ਇੱਥੋਂ ਦੇ ਤਹਿਸੀਲਦਾਰ ਆ ਜੀ, ਉਹ ਇਹ ਕਹਿੰਦਾ ਕਿ ਨਹਿਰੀ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਆ, ਉਹ ਛੇਤੀ ਨਹਿਰ ਦੇ ਵਿੱਚ ਪਏ ਹੋਏ ਪਾੜ ਦੀ ਮੁਰੰਮਤ ਜਿਹੜਾ ਜੀ ਉਹ ਕਰਨਗੇ। ਸਵਾਲ ਇਹ ਆ ਕਿ ਵਿਭਾਗ ਜਿਹੜਾ ਕਦੋਂ ਮੁਰੰਮਤ ਕਰੂਗਾ, ਜਦੋਂ ਉਹ ਪਾਣੀ ਜਿਹੜਾ ਜੀ ਉਹ ਪਿੰਡਾਂ ਦੇ ਵਿੱਚ ਵੜ ਜਾਊਗਾ ਜਾਂ ਉੱਥੇ ਜਿਹੜਾ ਜੀ ਉਹ ਨੁਕਸਾਨ ਜਿਹੜਾ ਉਹ ਕਰ ਦੇਊਗਾ। ਸ਼ਾਇਦ ਉਸ ਸਮੇਂ ਨੂੰ ਜਿਹੜਾ ਜੀ ਇਹ ਉਡੀਕ ਰਿਹਾ ਜਿਹੜਾ ਪ੍ਰਸ਼ਾਸਨ। ਪਰ ਲੋਕਾਂ ਨੇ ਇੱਕ ਵਾਰੀ ਫੇਰ ਹਿੰਮਤ ਕਰਕੇ ਇੱਥੇ ਜਿਹੜਾ ਜੀ ਉਹ ਬੰਨ੍ਹ ਮਾਰ ਲਿਆ। ਜੀ ਇਸ ਵੇਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਹਾਰਾਸ਼ਟਰ ਤੇ ਹਰਿਆਣਾ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਪ੍ਰਚਾਰ ਮੁਹਿੰਮ ਨੇ ਜ਼ੋਰ ਫੜਿਆ। ਕਾਂਗਰਸ ਦੇ ਸੰਸਦ ਮੈਂਬਰ ਸਾਬਕਾ ਪ੍ਰਧਾਨ ਕਾਂਗਰਸ ਦੇ ਰਾਹੁਲ ਗਾਂਧੀ ਨੇ ਲਾਤੂਰ ਦੇ ਵਿੱਚ ਜਿਹੜਾ ਜੀ ਚੋਣ ਪ੍ਰਚਾਰ ਕੀਤਾ। ਰਾਹੁਲ ਗਾਂਧੀ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਹੱਲਾ ਬੋਲਦਿਆਂ ਇਹ ਗੱਲ ਕਿਹਾ ਕਿ ਮੀਡੀਆ ਦੇ ਵਿੱਚ ਤੁਸੀਂ ਕਦੇ ਚੰਦਰਮਾ ਦੀ ਗੱਲ ਹੋਊਗੀ, ਪਰ ਜੋ ਜਨਤਾ ਦੇ ਮੁੱਦੇ ਨੇ ਉਹਨਾਂ ਬਾਰੇ ਤੁਹਾਨੂੰ ਮੀਡੀਆ ਵਿੱਚ ਸੁਣਾਈ ਨਹੀਂ ਦੇਊਗਾ। ਇਹ ਆਖਿਆ ਗਿਆ ਕਿ ਸਾਰੀ ਦੀ ਸਾਰੀ ਚਾਈਨਾ ਦੀ ਕੰਪਨੀ ਹਿੰਦੁਸਤਾਨ ਦੇ ਵਿੱਚ ਨੇ, ਕੋਈ ਸਮਾਨ ਖਰੀਦ ਲਓ ਉਹਦੇ ਉੱਤੇ ਮੇਡ ਇਨ ਚਾਈਨਾ ਲਿਖਿਆ। ਭਾਰਤ ਦੀਆਂ ਫੈਕਟਰੀਆਂ ਬੰਦ ਹੋ ਰਹੀਆਂ ਨੇ, ਚਾਈਨਾ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ, ਚੰਦਰਮਾ ਤੇ ਰਾਕਟ ਜਾਣ ਦੇ ਨਾਲ ਢਿੱਡ ਨਹੀਂ ਭਰਦਾ। ਇਹਦੇ ਤੋਂ ਬਾਅਦ ਰਾਹੁਲ ਗਾਂਧੀ ਨੇ ਇਸ਼ਾਰਿਆਂ ਦੇ ਵਿੱਚ ਚੰਦਰਯਾਨ 2 ਮਿਸ਼ਨ ਨੂੰ ਅਸਫਲ ਦੱਸਦਿਆਂ ਕਿਹਾ ਕਿ 2 ਦਿਨਾਂ ਦੇ ਵਿੱਚ ਰਾਕਟ ਨਹੀਂ ਬਣਦਾ। ਇਹ ਵੀ ਗੱਲ ਜਿਹੜੀ ਜੀ ਰਾਹੁਲ ਗਾਂਧੀ ਨੇ ਇਸ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਆਖੀ ਕਿ ਮੁਲਕ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਪੁੱਛੋ ਕਿ ਜਨਤਾ ਦੀ ਸਮੱਸਿਆ ਕੀ ਆ, 1 ਸੈਕਿੰਡ ਦੇ ਵਿੱਚ ਜਵਾਬ ਮਿਲਦਾ ਹੈ ਕਿ ਕਿਸਾਨਾਂ ਦੀ ਸਥਿਤੀ ਤੇ ਬੇਰੁਜ਼ਗਾਰੀ। ਉਹਨਾਂ ਕਿਹਾ ਕਿ ਕਿਸੇ ਵੀ ਨੌਜਵਾਨ ਨੂੰ ਪੁੱਛੋ ਕਿ ਕੀ ਹੋ ਰਿਹਾ, ਤੁਸੀਂ ਕੀ ਕਰਦੇ ਹੋ, ਤਾਂ ਉਹ ਕਹਿੰਦੇ ਕੁਝ ਵੀ ਨਹੀਂ। ਜੇ ਤੁਸੀਂ ਕਿਸਾਨਾਂ ਨੂੰ ਪੁੱਛੋ ਤਾਂ ਉਹ ਕਹਿੰਦੇ ਆ ਕਿ ਕੇਂਦਰ ਸਰਕਾਰ ਨੇ ਇਹਨੂੰ ਬਰਬਾਦ ਕਰ ਦਿੱਤਾ ਹੈ। ਪਰ ਤੁਸੀਂ ਮੀਡੀਆ ਦੇ ਵਿੱਚ ਨਾ ਤਾਂ ਤੁਹਾਨੂੰ ਬੇਰੁਜ਼ਗਾਰੀ ਦੀ ਗੱਲ ਸੁਣਾਈ ਦੇਊਗੀ, ਮੀਡੀਆ ਦੇ ਵਿੱਚ ਮਹਾਰਾਸ਼ਟਰ ਕਦੇ ਤੁਹਾਨੂੰ ਸੁਣਿਆ ਕਿਸਾਨਾਂ ਦਾ ਕਰਜ਼ਾ ਮਾਫ ਹੋ ਗਿਆ ਕਿ ਨਹੀਂ। ਉਹਨਾਂ ਨੇ ਹਰ ਗੱਲ ਦੇ ਉੱਤੇ ਜਿਹੜਾ ਸੀ ਉਹ ਕੇਂਦਰ ਦੀ ਸਰਕਾਰ ਨੂੰ ਘੇਰਿਆ ਔਰ ਇਹ ਵੀ ਜਿਹੜਾ ਦੀ ਆਖਿਆ ਕਿ ਸਰਕਾਰ ਅਸਲ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਦੱਬੀ ਰੱਖਣ ਦੇ ਵਾਸਤੇ ਲੋਕਾਂ ਨੂੰ ਮੂਰਖ ਬਣਾ ਰਹੀ ਆ ਤੇ ਉਹਨਾਂ ਨੂੰ ਚੁਟਕਲਿਆਂ ਰੂਪੀ ਜਿਹੜੀਆਂ ਗੱਲਾਂ ਨੇ ਉਹ ਸੁਣਨੀਆਂ ਪੈ ਰਹੀਆਂ ਨੇ। ਜੀ ਹੁਣ ਜਦੋਂ ਕਿ ਝੋਨੇ ਦੀ ਜਿਹੜੀ ਵਢਾਈ ਆ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਹੀ ਆ ਤੇ ਝੋਨੇ ਦੀ ਵਢਾਈ ਹੋਵੇ ਤੇ ਪਰਾਲੀ ਦਾ ਚਰਚਾ ਨਾ ਹੋਵੇ, ਇਹ ਹੋ ਨਹੀਂ ਸਕਦਾ। ਪੰਜਾਬ ਸਰਕਾਰ ਨੇ ਠੇਕੇ ਤੇ ਜ਼ਮੀਨ ਦੇਣ ਵਾਲੇ ਜ਼ਮੀਨ ਮਾਲਕਾਂ ਨੂੰ ਇਹ ਕਿਹਾ ਕਿ ਉਹ ਆਪਣੇ ਖੇਤਾਂ ਦੇ ਵਿੱਚ ਪਰਾਲੀ ਸਾੜਨ ਦੀ ਕੋਈ ਵੀ ਘਟਨਾ ਨਾ ਵਾਪਰਨ ਦੇਣ ਨੂੰ ਯਕੀਨੀ ਬਣਾਉਣ। ਖੇਤੀਬਾੜੀ ਸੈਕਟਰੀ ਕਾਹਨ ਸਿੰਘ ਪੰਨੂ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਖੇਤੀਬਾੜੀ ਜ਼ਮੀਨ ਦਾ 25% ਰਕਬਾ NRI ਪੰਜਾਬੀਆਂ ਜਾਂ ਸ਼ਹਿਰੀ ਖੇਤਰਾਂ ਦੇ ਵਿੱਚ ਰਹਿੰਦੇ ਲੋਕਾਂ ਦੀ ਮਾਲਕੀ ਵਾਲਾ ਹੈ ਤੇ ਲੋਕ ਪ੍ਰਤੀ ਏਕੜ 40,000 ਤੋਂ ਲੈ ਕੇ 55,000 ਰੁਪਏ ਠੇਕਾ ਲੈ ਰਹੇ ਆ। ਇਸ ਕਰਕੇ ਇਹਨਾਂ ਲੋਕਾਂ ਦੀ ਆਪਣੇ ਖੇਤਾਂ ਦੇ ਵਿੱਚ ਪਰਾਲੀ ਸਾੜਨ ਤੋਂ ਰੋਕਣ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ। ਕਾਹਨ ਸਿੰਘ ਪੰਨੂ ਹੋਰਾਂ ਨੇ ਕਿਹਾ ਹੈ ਕਿ ਜੇ ਇਹਨਾਂ ਲੋਕਾਂ ਦੇ ਖੇਤਾਂ ਦੇ ਵਿੱਚ ਅੱਗ ਲਾਉਣ ਦੀ ਘਟਨਾ ਵਾਪਰਦੀ ਹੈ ਤਾਂ ਇਹਨੂੰ ਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਮੰਨਦੇ ਹੋਏ ਜ਼ਮੀਨ ਮਾਲਕਾਂ ਵਿਰੁੱਧ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ। ਉਹਨਾਂ ਨੇ ਜ਼ਮੀਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਜ਼ਮੀਨ ਠੇਕੇ ਤੇ ਵਾਹੁਣ ਵਾਲੇ ਕਾਸ਼ਤਕਾਰਾਂ ਲਈ ਠੇਕੇ ਦੀ ਰਕਮ ਕੁਝ ਘੱਟ ਕਰਨ ਤੇ ਉਹਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਖੇਤਾਂ ਦੇ ਵਿੱਚ ਮਿਲਾ ਦੇਣ ਲਈ ਪ੍ਰੇਰਿਤ ਕਰਨ, ਜਿਹਦੇ ਨਾਲ ਜ਼ਮੀਨ ਦੀ ਸਿਹਤ ਦੇ ਵਿੱਚ ਸੁਧਾਰ ਹੋਣ ਦੇ ਨਾਲ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ। ਕਾਹਨ ਸਿੰਘ ਪੰਨੂ ਹੋਰਾਂ ਨੇ ਕਿਹਾ ਕਿ ਪਰਾਲੀ ਸਾੜਨ ਦੀ ਸਮੱਸਿਆ ਤੇ ਰੋਕ ਲਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਸੰਬੰਧਿਤ ਜ਼ਿਲ੍ਹਿਆਂ ਦੇ ਵਿੱਚ ਪਿੰਡ ਪੱਧਰ ਦੇ ਉੱਤੇ ਤਾਇਨਾਤ ਕੀਤੇ ਗਏ ਨੋਡਲ ਆਫੀਸਰਾਂ ਰਾਹੀਂ ਜ਼ਮੀਨ ਮਾਲਕਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਔਰ ਇਹਨਾਂ ਨੋਡਲ ਆਫੀਸਰਾਂ ਨੂੰ ਨਿਰਦੇਸ਼ ਦਿੱਤੇ ਗਏ ਆ ਕਿ ਉਹ ਠੇਕੇ ਤੇ ਜ਼ਮੀਨ ਦੇਣ ਵਾਲੇ ਬੰਦਿਆਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਵਾਸਤੇ ਜਿਹੜਾ ਜੀ ਉਹ ਜ਼ੋਰ ਪਾਉਣ। ਜੀ ਇਹ ਸਨ ਅੱਜ ਦੀਆਂ ਕੁਝ ਅਹਿਮ ਗੱਲਾਂ ਬਾਤਾਂ ਜੋ ਕੁਝ ਜਿਹੜੀਆਂ ਜੀ ਉਹ ਵਾਪਰ ਰਹੀਆਂ ਨੇ ਔਰ ਮੇਰੀ ਤੁਹਾਡੀ ਮੁਲਾਕਾਤ ਕੱਲ ਦੇ ਪ੍ਰੋਗਰਾਮ ਦੇ ਵਿੱਚ ਦੁਬਾਰਾ ਜਿਹੜੀ ਹੋਊਗੀ। ਥੈਂਕ ਯੂ ਵੈਰੀ ਮਚ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।